द्रोण अकैडमी चैनल के उपर सारे के सारे कैंਡੀਡੇਟਸ का मैं स्वागत करता हाँ। तो अज की इस क्लास के ਆਪਾਂ 10 ਦੇ 10 ਗੁਰੂ ਸਾਹਿਬਾਨ ਦਾ ਜਿਹੜਾ ਯੋਗਦਾਨ ਹੈ ਉਹ ਆਪਾਂ ਕਰਾਂਗੇ। ਹੁਣ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਕਰਾਂਗੇ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਤੇ ਕੌਣ-ਕੌਣ ਸਨ, ਤੇ 1 ਤੋਂ ਲੈ ਕੇ 10 ਗੁਰੂ ਸਾਹਿਬਾਨ, ਜਿਵੇਂ ਪਹਿਲੇ ਗੁਰੂ ਕੌਣ ਸਨ, ਦੂਜੇ ਕੌਣ ਤੇ ਤੀਜੇ ਕੌਣ ਸਨ। ਸੋ ਇਹਨਾਂ ਦੀ ਪਰਿਵਾਰ ਬਾਰੇ ਜਾਣਕਾਰੀ ਮਿਲੇਗੀ ਤੇ ਉਹਦੇ ਤੋਂ ਬਾਅਦ ਆਪਾਂ ਇੱਕ ਗੁਰੂ ਸਾਹਿਬਾਨਾਂ ਨੂੰ ਡਿਟੇਲ ਦੇ ਵਿੱਚ ਆਪਾਂ ਪੜ੍ਹਾਂਗੇ, ਉਹਨਾਂ ਬਾਰੇ ਜਾਣਕਾਰੀ ਹਾਸਲ ਕਰਾਂ। ਸੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਲਾਸ ਦੇ ਵਿੱਚ ਜ਼ਰੂਰ ਬਣੇ ਰਹੋ। ਅਤੇ ਜੇਕਰ ਇਹ ਕਲਾਸ ਵਧੀਆ ਲੱਗ ਰਹੀ ਹੈ ਤੁਹਾਨੂੰ, ਤਾਂ ਜਿਵੇਂ ਕਿ ਮੈਂ ਹੋਰ ਵੀ ਵੀਡੀਓਜ਼ ਪਾ ਰਿਹਾ ਡੇ ਬਾਈ ਡੇ, ਜਿਹੜੇ ਤੁਹਾਡੇ ਪੇਪਰਾਂ ਦੇ ਵਿੱਚ ਬਹੁਤ ਲਾਹੇਵੰਦ ਹੋਣ ਵਾਲੀਆਂ ਨੇ, ਅਤੇ ਇਹਨੂੰ ਲਾਈਕ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਆਪਣਾ ਜਵਾਬ ਜ਼ਰੂਰ ਦਿਓ। ਸੋ ਸਾਰੇ ਦੇ ਸਾਰੇ ਕੈਂਡੀਡੇਟਸ ਨੂੰ ਮੈਂ ਇਹ ਜ਼ਰੂਰ ਕਹੂੰਗਾ। ਸੋ ਅੱਗੇ ਅੱਜ ਦੀ ਕਲਾਸ ਦੇ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਹੋਏ ਆਪਾਂ ਅੱਜ ਦੀ ਕਲਾਸ ਦਾ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਆਪਣੇ ਪਹਿਲੇ ਗੁਰੂ ਸਿੱਖ ਗੁਰੂ ਸਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਸੀ ਅਤੇ ਉਹਨਾਂ ਦਾ ਵਿਆਹ ਹੋਇਆ ਸੀ ਜਿਹੜੇ ਬੀਬੀ ਸੁਲੱਖਣੀ ਜੀ ਨਾਲ, ਅਤੇ ਉਹਨਾਂ ਦੇ ਘਰ 2 ਪੁੱਤਰਾਂ ਨੇ ਜਨਮ ਲਿਆ, ਸ੍ਰੀ ਚੰਦ ਅਤੇ ਲਖਮੀ ਦਾਸ। ਠੀਕ ਹੈ ਜੀ। ਉਹਦੇ ਤੋਂ ਬਾਅਦ ਫਿਰ ਆ ਗਏ ਸੈਕੰਡ ਗੁਰੂ ਸਾਹਿਬਾਨ ਦਾ ਨਾਂ ਸੀ ਗੁਰੂ ਅੰਗਦ ਦੇਵ, ਜਿਨ੍ਹਾਂ ਨੂੰ ਭਾਈ ਲਹਿਣਾ ਵੀ ਆਖਿਆ ਜਾਂਦਾ ਹੈ, ਕਿਉਂਕਿ ਗੁਰੂ ਅੰਗਦ ਦੇਵ ਨਾਮ ਸੀ ਜਿਹੜਾ ਇਹ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਦਿੱਤਾ ਸੀ। ਉਹਨਾਂ ਦੇ ਪਿਤਾ ਦਾ ਨਾਂ ਸੀ ਭਾਈ ਫੇਰੂ, ਅਤੇ ਉਹਨਾਂ ਦੇ ਘਰ 2 ਪੁੱਤਰ ਅਤੇ 1 ਪੁੱਤਰੀ ਹੋਈਆਂ, ਦਾਸੂ, ਦਾਤੂ ਅਤੇ ਅਮਰੋ, ਅਤੇ ਉਹਨਾਂ ਦਾ ਵਿਆਹ ਬੀਬੀ ਖੀਵੀ ਨਾਲ ਹੋਇਆ ਸੀ। ਹੁਣ ਅੱਗੇ ਆ ਗਏ ਗੁਰੂ, ਆਪਣੇ ਤੀਜੇ ਗੁਰੂ ਆ ਗਏ ਗੁਰੂ ਅਮਰਦਾਸ ਜੀ, ਜਿਨ੍ਹਾਂ ਦੇ ਪਿਤਾ ਦਾ ਨਾਂ ਸੀ ਤੇਜਭਾਨ, ਅਤੇ ਉਹਨਾਂ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ। ਠੀਕ ਹੈ। ਉਹਨਾਂ ਦੇ ਘਰ 2 ਪੁੱਤਰ ਅਤੇ 2 ਪੁੱਤਰੀਆਂ ਨੇ ਜਨਮ ਲਿਆ, ਜਿਨ੍ਹਾਂ ਦਾ ਨਾਂ ਸੀ ਪੁੱਤਰ ਸਨ ਮੋਹਰੀ ਅਤੇ ਮੋਹਨ, ਅਤੇ ਕੀ ਨਾਮ ਹੈ ਜਿਹੜੀ ਪੁੱਤਰੀਆਂ ਸਨ ਦਾਨੀ ਅਤੇ ਭਾਨੀ। ਠੀਕ ਹੈ ਜੀ। ਹੁਣ ਅੱਗੇ ਆਪਾਂ ਚੱਲਦੇ ਹਾਂ। ਨੈਕਸਟ ਜਿਹੜਾ ਗੁਰੂ ਸਾਹਿਬਾਨ ਸਨ ਉਹ ਸਨ ਗੁਰੂ ਰਾਮਦਾਸ ਜੀ। ਠੀਕ ਹੈ। ਨੰਬਰ 4 'ਤੇ ਆਪਾਂ ਚੱਲਦੇ ਹਾਂ ਤਾਂ ਗੁਰੂ ਰਾਮਦਾਸ ਜੀ ਨੇ, ਉਹਨਾਂ ਦੇ ਪਿਤਾ ਜੀ ਦਾ ਨਾਂ ਸੀ ਹਰੀਦਾਸ। ਉਹਨਾਂ ਦੇ ਜਿਹੜਾ ਵਿਆਹ ਹੋਇਆ ਸੀ ਉਹ ਗੁਰੂ ਅਮਰਦਾਸ ਜੀ ਦੀ ਛੋਟੀ ਬੇਟੀ ਬੀਬੀ ਭਾਨੀ ਜੀ ਨਾਲ ਹੋਇਆ ਸੀ, ਅਤੇ ਉਹਨਾਂ ਦੇ ਘਰ 3 ਪੁੱਤਰਾਂ ਨੇ ਜਨਮ ਲਿਆ, ਪ੍ਰਿਥੀ ਚੰਦ, ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ। ਜਿਹੜੇ ਗੁਰੂ ਅਰਜਨ ਦੇਵ ਜੀ ਉਹ ਨੈਕਸਟ ਗੁਰੂ ਬਣੇ, ਆਪਣੇ 5ਵੇਂ ਗੁਰੂ ਸਾਹਿਬਾਨ ਸੀ ਜਿਹੜੇ, ਅਤੇ ਉਹਨਾਂ ਦਾ ਵਿਆਹ ਬੀਬੀ ਗੰਗਾ ਜੀ ਨਾਲ ਹੋਇਆ, ਅਤੇ ਉਹਨਾਂ ਦੇ ਅੱਗੇ 1 ਪੁੱਤਰ ਨੇ ਜਨਮ ਲਿਆ, ਉਹ ਸੀ ਗੁਰੂ ਹਰਗੋਬਿੰਦ ਜੀ। ਠੀਕ ਹੈ। ਗੁਰੂ ਹਰਗੋਬਿੰਦ ਜੀ ਸਨ ਜਿਹੜੇ, ਉਹਨਾਂ ਦੇ 2 ਵਿਆਹ ਹੋਏ ਸੀ, ਇੱਕ ਸੀ ਉਹਨਾਂ ਦੇ ਬੀਬੀ ਨਾਨਕੀ ਜੀ ਨਾਲ ਹੋਇਆ ਸੀ, ਅਤੇ ਇੱਕ ਦਮੋਦਰੀ ਜੀ ਨਾਲ ਹੋਇਆ ਸੀ। ਜਿਹੜੇ ਦਮੋਦਰੀ ਜੀ ਉਹਨਾਂ ਦੇ ਘਰ 3 ਬੱਚਿਆਂ ਨੇ ਜਨਮ ਲਿਆ, 2 ਪੁੱਤਰ ਸੀ ਗੁਰਦਿੱਤ ਅਤੇ ਅਨਿਰਾਏ। ਠੀਕ ਹੈ। ਇੱਕ ਸੀ ਬੇਟੀ ਜਿਹੜੀ ਸੀ ਬੀਬੀ ਵੀਰੋ। ਤਾਂ ਉਹਨਾਂ ਦਾ ਅੱਗੇ ਗੁਰਦਿੱਤ ਸਿੰਘ ਜੀ ਸਨ ਜਿਹੜੇ, ਉਹਨਾਂ ਦੇ ਘਰ ਜਿਹੜੇ 7ਵੇਂ ਗੁਰੂ ਜੀ ਨੇ ਜਨਮ ਲਿਆ, ਉਹਨਾਂ ਦਾ ਨਾਂ ਸੀ ਗੁਰੂ ਹਰਿਰਾਏ, ਅਤੇ ਉਹਨਾਂ ਦਾ ਵਿਆਹ ਹੋਇਆ ਬੀਬੀ ਸੁਲੱਖਣੀ ਨਾਲ। ਉਹਨਾਂ ਦੇ ਘਰ ਉਹਨਾਂ ਦੇ ਘਰ 2 ਪੁੱਤਰ ਹੋਏ, ਇੱਕ ਰਾਮ ਰਾਏ ਜਿਹੜੇ ਕਿ ਵੱਡੇ ਸਨ, ਪਰੰਤੂ ਗੁਰੂ ਹਰਕ੍ਰਿਸ਼ਨ ਜੀ ਸਨ ਉਹ ਛੋਟੇ ਸਨ, ਜਿਹੜੇ ਕਿ 8ਵੇਂ ਗੁਰੂ ਸਾਹਿਬਾਨ ਸਨ ਆਪਣੇ ਸਿੱਖ ਧਰਮ ਦੇ, ਪਰ ਇਹਨਾਂ ਦੀ ਉਮਰ ਬਹੁਤ ਹੀ ਛੋਟੀ ਸੀ। ਸੋ ਇਹਦੇ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜਿਹੜੇ 6ਵੇਂ ਗੁਰੂ ਸਾਹਿਬਾਨ ਸਨ ਗੁਰੂ ਹਰਗੋਬਿੰਦ ਜੀ। ਉਹਨਾਂ ਦੀ ਜਿਹੜੀ ਇੱਕ ਦੂਸਰੀ ਪਤਨੀ ਸੀ ਬੀਬੀ ਨਾਨਕੀ, ਉਹਨਾਂ ਦੇ ਘਰ ਗੁਰੂ ਤੇਗ ਬਹਾਦਰ ਜੀ ਨੇ ਜਨਮ ਲਿਆ ਸੀ। ਸੋ ਹੁਣ ਆਪਾਂ ਅੱਗੇ ਚੱਲਦੇ ਹਾਂ। ਦੇਖੋ, ਗੁਰੂ ਤੇਗ ਬਹਾਦਰ ਜੀ ਨੇ ਜਨਮ ਲਿਆ ਸੀ ਉਹਨਾਂ ਦੇ ਘਰ, ਅਤੇ ਉਹਨਾਂ ਦਾ ਵਿਆਹ ਮਾਤਾ ਗੁਜਰੀ ਨਾਲ ਹੋਇਆ ਸੀ। ਠੀਕ ਹੈ। ਇਹ ਆਪਣੇ 9ਵੇਂ ਗੁਰੂ ਸਾਹਿਬਾਨ ਬਣੇ। ਫਿਰ ਅੱਗੇ ਆ ਜਾਂਦੇ ਆਪਾਂ 10ਵੇਂ ਗੁਰੂ ਸਾਹਿਬਾਨ ਦੇ ਕੋਲ। ਆਪਾਂ ਗੁਰੂ ਗੋਬਿੰਦ ਸਿੰਘ ਜੀ ਸਨ ਆਪਣੇ ਜਿਹੜੇ 10ਵੇਂ ਗੁਰੂ ਸਿੱਖ ਸਾਹਿਬਾਨ ਸਨ, ਅਤੇ ਉਹਨਾਂ ਦੇ ਵੀ ਜਿਹੜੇ ਵਿਆਹ ਸੀ 2 ਵਿਆਹ ਹੋਏ ਨੇ, ਬੀਬੀ ਜੀਤੋ ਜੀ ਨਾਲ ਅਤੇ ਸੁੰਦਰੀ ਜੀ ਨਾਲ। ਅਤੇ ਇਹ ਜਿਹੜੇ ਹੈਗੇ ਨੇ ਉਹਨਾਂ ਦੇ ਘਰ 4 ਪੁੱਤਰਾਂ ਨੇ ਜਨਮ ਲਿਆ। ਜੀਤੋ ਜੀ ਜਿਹੜੇ ਸਨ ਉਹਨਾਂ ਨੇ 3 ਜੁਝਾਰ ਸਿੰਘ, ਫਤਿਹ ਸਿੰਘ ਅਤੇ ਜੋਰਾਵਰ ਸਿੰਘ, ਅਤੇ ਜਿਹੜੀ ਸੁੰਦਰੀ ਜੀ ਸਨ ਉਹਨਾਂ ਨੇ ਅਜੀਤ ਸਿੰਘ ਦਾ ਵਿਆਹ ਕੀਤਾ। ਸੋ ਹੁਣ ਆਪਾਂ ਇਹਨਾਂ ਦੇਖ ਸਕਦੇ ਜਿਹੜੇ 2 ਗੁਰੂ ਸਾਹਿਬਾਨ ਸਨ, ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਦੂਸਰੇ ਗੁਰੂ ਸਨ ਗੁਰੂ ਹਰਗੋਬਿੰਦ ਸਿੰਘ ਜੀ। ਤਾਂ ਇਹਨਾਂ ਦੇ 2 ਵਿਆਹ ਹੋਏ ਸਨ, ਅਤੇ ਬਾਕੀ ਸਾਰੇ ਦੇ ਸਾਰਿਆਂ ਦੇ
ਇੱਕ ਵਿਆਹ ਸੀ। ਸੋ ਆਪਾਂ ਨੇ ਇੱਕ ਇੰਟਰੋਡਕਸ਼ਨ ਕੀਤੀ ਹੈ ਗੁਰੂ ਸਾਹਿਬਾਨ ਜੀ ਦੀਆਂ। ਹੁਣ ਆਪਾਂ ਅੱਗੇ ਚੱਲਦੇ ਹਾਂ ਨੈਕਸਟ ਆਪਾਂ ਇੱਕ ਇੱਕ ਕਰਕੇ ਗੁਰੂ ਸਾਹਿਬਾਨ ਦੀ ਡਿਟੇਲ ਵਿੱਚ ਆਪਾਂ ਜਾਣਕਾਰੀ ਹਾਸਿਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੁਰੂ ਨਾਨਕ ਦੇਵ ਜੀ ਦੇ, ਜਿਨ੍ਹਾਂ ਨੇ ਲਗਭਗ ਸਾਰਿਆਂ ਨੇ ਆਪਾਂ ਨੇ 10ਵੀਂ ਤੱਕ ਬਹੁਤ ਕੁਝ ਪੜ੍ਹਿਆ ਇਹਨਾਂ ਬਾਰੇ। ਹੁਣ ਆਪਾਂ ਚੱਲਦੇ ਹਾਂ। ਇਹਨਾਂ ਦਾ ਜਨਮ 1469 ਈਸਵੀ ਨੂੰ ਰਾਏ ਭੋਜ ਦੀ ਤਲਵੰਡੀ ਵਿਖੇ ਹੋਇਆ। ਸੋ ਸਾਰੇ ਕੈਂਡੀਡੇਟਸ ਮੈਂ ਕਹਿ ਦਿੰਦਾ ਕਿ ਇਸ ਕਲਾਸ ਦੇ ਵਿੱਚ ਨਾ ਤੁਹਾਨੂੰ ਸਾਰੇ ਗੁਰੂ ਸਾਹਿਬਾਨਾਂ ਦੇ ਜਿੰਨੇ ਵੀ ਟਾਈਪ ਦੇ ਕੁਐਸਚਨ ਆ ਸਕਦੇ ਨੇ ਉਹ ਇਸ ਦੇ ਵਿੱਚ ਡਿਟੇਲ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ। ਸੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਲਾਸ ਦੇ ਵਿੱਚ ਜ਼ਰੂਰ ਬਣੋ। ਇਹਨਾਂ ਦਾ ਜਨਮ ਸੀ ਪਹਿਲੇ ਗੁਰੂ ਸਿੱਖ ਸਾਹਿਬਾਨ ਗੁਰੂ ਨਾਨਕ ਦੇਵ ਜੀ। ਇਹਨਾਂ ਦਾ ਜਨਮ 1469 ਈਸਵੀ ਨੂੰ ਰਾਏ ਭੋਜ ਦੀ ਤਲਵੰਡੀ, ਅੱਜ ਕੱਲ੍ਹ ਨਨਕਾਣਾ ਸਾਹਿਬ ਹੈ। ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੀਆ ਦਾਸ ਬੇਦੀ ਦੇ ਘਰ ਹੋਇਆ। ਪਤਨੀ ਇਹਨਾਂ ਦੀ ਸਨ ਬੀਬੀ ਸੁਲੱਖਣੀ। ਪੁੱਤਰ ਇਹਨਾਂ ਦੇ ਸਨ ਜਿਹੜੇ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਸਨ। ਠੀਕ ਹੈ। ਰਚਨਾ ਇਹਨਾਂ ਨੇ ਜਿਹੜੀ ਕੀਤੀ, ਇਹਦੇ ਵਿੱਚੋਂ ਕਾਫੀ ਕੁਐਸਚਨ ਕਈ ਵਾਰ ਪੁੱਛਿਆ ਜਾਂਦਾ ਹੈ, ਇਹ ਯਾਦ ਰੱਖੋ ਸਾਰੇ ਦੇ ਸਾਰੇ ਕੈਂਡੀਡੇਟਸ। ਜਪੂਜੀ ਸਾਹਿਬ, ਆਸਾ ਦੀ ਵਾਰ, ਓਂਕਾਰ, ਸਿੱਧ ਗੋਸ਼ਟ, 12 ਮਾਹ ਅਤੇ 974 ਮੰਤਰ, ਇਹ ਇਹਨਾਂ ਦੀ ਰਚਨਾ ਹੈ। ਇਹਨਾਂ ਨੇ ਜਿਹੜੀ ਆਪਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇਹਨਾਂ ਦੀ ਰਚਨਾ ਹੈ ਇਹ। ਹੁਣ ਅੱਗੇ ਗਿਆਨ ਪ੍ਰਾਪਤੀ ਇਹਨਾਂ ਨੇ ਬੇਈ ਨਦੀ ਦੇ ਵਿੱਚ ਜਾ ਕੇ, ਜਿਨ੍ਹਾਂ ਦੇ ਵਿੱਚ ਇਹ ਇੱਕ 2 ਦਿਨ ਇਹ ਲਗਭਗ ਬੇਈ ਨਦੀ ਦੇ ਵਿੱਚ ਰਹੇ। ਜਦੋਂ ਉੱਧਰੋਂ ਬਾਹਰ ਨਿਕਲੇ ਤਾਂ ਉਸ ਟਾਈਮ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਸ਼ਹਿਰ ਦੀ ਸਥਾਪਨਾ ਇਹਨਾਂ ਨੇ ਕਰਤਾਰਪੁਰ ਸ਼ਹਿਰ ਵਸਾਇਆ, ਜੋ ਕਿ ਅੱਜ ਕੱਲ੍ਹ ਲਾਹੌਰ ਪਾਕਿਸਤਾਨ ਵਿੱਚ ਹੈ। ਇਹਨਾਂ ਨੇ ਆਰੰਭ ਜੋ ਪ੍ਰਥਾ ਕੀਤੀ, ਇਹਨਾਂ ਨੇ ਲੰਗਰ ਪ੍ਰਥਾ ਦਾ ਸ਼ੁਰੂਆਤ ਕੀਤੀ। ਅਤੇ ਜਿਹੜੇ ਇਹਨਾਂ ਦੇ ਸਮਕਾਲੀ ਬਾਦਸ਼ਾਹ ਮੁਗਲ ਬਾਦਸ਼ਾਹ ਸਨ ਉਹ ਬਾਬਰ ਅਤੇ ਸ਼ੇਰ ਸ਼ਾਹ ਸੂਰੀ ਸਨ। ਬਾਬਰ ਜਿਨ੍ਹਾਂ ਮੁਗਲ ਬਾਦਸ਼ਾਹ ਦੇ ਪਹਿਲੇ ਜਿਹੜੇ ਸਨ ਰਾਜੇ ਸਨ। ਠੀਕ ਹੈ। ਇਹ ਮੁਗਲ ਬਾਦਸ਼ਾਹ ਦੇ ਉੱਤਰਾਧਿਕਾਰੀ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦਾ ਇਹਨਾਂ ਨੂੰ ਨਾਮ ਦਿੱਤਾ ਸੀ ਭਾਈ ਲਹਿਣਾ ਤੋਂ। ਅਤੇ ਜੋਤੀ ਜੋਤ ਕਰਤਾਰਪੁਰ ਵਿਖੇ 1539 ਈਸਵੀ ਵਿੱਚ ਇਹ ਸਮਾ ਗਏ ਸਨ। ਓਕੇ। ਹੁਣ ਇਹ ਜਿੰਨੇ ਵੀ ਲਗਭਗ ਕੁਐਸਚਨ ਇਹਨਾਂ ਤੋਂ ਆ ਸਕਦੇ ਨੇ ਗੁਰੂ ਨਾਨਕ ਦੇਵ ਜੀ ਤੋਂ, ਉਹ ਲਗਭਗ ਸਾਰੇ ਇਸ ਦੇ ਵਿੱਚ ਕਵਰ ਨੇ। ਹੁਣ ਆਪਾਂ ਚੱਲਦੇ ਹਾਂ ਨੈਕਸਟ ਪੇਜ 'ਤੇ। ਆਪਣੇ ਜਿਹੜੇ ਸੈਕੰਡ ਗੁਰੂ ਸਾਹਿਬਾਨ ਸਨ ਉਹ ਗੁਰੂ ਅੰਗਦ ਦੇਵ ਜੀ ਸਨ, ਜਿਨ੍ਹਾਂ ਦਾ ਜਨਮ 1504 ਈਸਵੀ ਨੂੰ ਮੱਤੇ ਦੀ ਸਰਾਏ ਨਾਗਾ ਜ਼ਿਲ੍ਹਾ ਮੁਕਤਸਰ ਵਿਖੇ ਹੋਇਆ ਸੀ। ਮਾਤਾ ਅਤੇ ਪਿਤਾ ਇਹਨਾਂ ਦੇ ਸਨ ਮਾਤਾ ਦਇਆ ਕੌਰ ਅਤੇ ਪਿਤਾ ਭਾਈ ਫੇਰੂ ਸੀ। ਇਹਨਾਂ ਦੀ ਪਤਨੀ ਬੀਬੀ ਖੀਵੀ ਜੀ ਸਨ। ਸਪੁੱਤਰ ਅਤੇ ਸਪੁੱਤਰੀ ਦਾਤੂ ਅਤੇ ਦਾਸੂ, 2 ਸਪੁੱਤਰ ਅਤੇ 1 ਸਪੁੱਤਰੀ ਅਮਰੋ ਹੋਈ, ਜਿਨ੍ਹਾਂ ਨੇ ਗੁਰਗੱਦੀ ਇਹਨਾਂ ਨੇ 1539 ਤੋਂ 1552 ਈਸਵੀ ਦੇ ਵਿੱਚ ਤੱਕ ਸੰਭਾਲੀ। ਇਹਨਾਂ ਨੇ ਖੋਜ ਇੱਕ ਗੁਰਮੁਖੀ ਲਿਪੀ, ਜਿਹਨੂੰ ਆਪਾਂ ਅੱਜ ਕੱਲ੍ਹ ਪੜ੍ਹਦੇ ਹਾਂ, ਇਹ ਗੁਰਮੁਖੀ ਲਿਪੀ ਹੈ। ਇਹ ਇਹਨਾਂ ਦੀ ਖੋਜ ਹੈ। ਇਹਨਾਂ ਨੇ ਕਾਫੀ ਸੁਧਾਰ ਕੀਤਾ ਸੀ ਇਹਨਾਂ ਦੇ ਵਿੱਚ। ਠੀਕ ਹੈ। ਹੁਣ ਇਹਨਾਂ ਨੇ ਹੋਰ ਵੀ ਬਹੁਤ ਕੁਛ ਪਰੰਪਰਾ, ਜਿਵੇਂ ਆ ਦੇਖੋ ਇਹਨਾਂ ਨੇ ਇੱਕ ਪਰੰਪਰਾ ਸ਼ੁਰੂ ਕੀਤੀ ਸੀ ਮੱਲ ਅਖਾੜਾ। ਇਹ ਖੁਦ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੇ ਜਾਂ ਉਹਨਾਂ ਦੇ ਜਿਹੜੇ ਵੀ ਅਨੁਯਾਈ ਸਨ ਉਹਨਾਂ ਨੂੰ ਸਿਹਤ ਬਖਸ਼ਣ ਵੱਲ ਇਹਨਾਂ ਦਾ ਬਹੁਤ ਧਿਆਨ ਸੀ, ਕਿਉਂਕਿ ਜੋ ਵੀ ਬੰਦਾ ਤਨੋਂ ਸਿਹਤਮੰਦ ਰਹੇਗਾ ਤਾਂ ਉਹ ਹੀ ਵਧੀਆ ਗਿਆਨ ਦੇ ਵੀ ਸਕਦਾ ਹੈ ਅਤੇ ਲੈ ਵੀ ਸਕਦਾ ਹੈ। ਅਤੇ ਉਹਨਾਂ ਦੀ ਜਿਹੜੀ ਰਚਨਾ ਹੈ ਭਾਈ ਭਾਲੇ ਵਾਲੀ ਜਨਮ ਸਾਖੀ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਹੈ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਸਕਦਾ ਹੈ। ਸ਼ਹਿਰ ਸਥਾਪਿਤ, ਇਹਨਾਂ ਨੇ ਖਡੂਰ ਸਾਹਿਬ ਸ਼ਹਿਰ ਦੀ ਸਥਾਪਨਾ ਕੀਤੀ, ਅੱਜ ਕੱਲ੍ਹ ਤਰਨਤਾਰਨ ਵਿੱਚ ਹੈ, ਜੋ ਕਿ ਠੀਕ ਹੈ ਜੀ। ਸਮੇਂ ਦੇ ਮੁਗਲ ਬਾਦਸ਼ਾਹ ਇਹਨਾਂ ਦੇ ਹਿਮਾਯੂ, ਜੋ ਕਿ ਬਾਬਰ ਦਾ ਬੇਟਾ ਸੀ, ਉਹ ਹਿਮਾਯੂ ਅਤੇ ਸ਼ੇਰ ਸ਼ਾਹ ਸੂਰੀ, ਇਹ ਇਹਨਾਂ ਦੇ ਸਮਕਾਲੀ ਜਿਹੜੇ ਸਨ ਮੁਗਲ ਬਾਦਸ਼ਾਹ ਸਨ। ਉੱਤਰਾਧਿਕਾਰੀ ਗੁਰੂ ਅਮਰਦਾਸ ਜੀ, ਜਿਹੜੇ ਕਿ ਨੈਕਸਟ ਗੁਰੂ ਸਾਹਿਬਾਨ ਹੋਏ ਨੇ, ਉਹ ਅਮਰਦਾਸ ਜੀ ਸਨ। ਜੋਤੀ ਜੋਤ ਜਿਹੜੇ ਇਹਨੇ ਖਡੂਰ ਸਾਹਿਬ ਵਿਖੇ ਇਹਨਾਂ ਨੇ ਜੋਤੀ ਜੋਤ ਸਮਾਇਆ, ਜਿਹੜਾ ਕਿ ਸ਼ਹਿਰ ਇਹਨਾਂ ਨੇ ਵਸਾਇਆ ਸੀ 1552 ਈਸਵੀ ਦੇ ਵਿੱਚ। ਸੋ ਇਹ ਇਹਨਾਂ ਦੀ ਇਹ ਦੇਣ ਸੀ ਇਹਨਾਂ ਦੀ। ਸਿੱਖ ਸਾਹਿਬਾਨ ਸੈਕੰਡ ਗੁਰੂ ਹੋਏ ਸਨ ਜਿਹੜੇ। ਹੁਣ ਨੈਕਸਟ ਆ ਗਿਆ ਆਪਣੇ ਕੋਲ ਤੀਜੇ ਗੁਰੂ ਅਮਰਦਾਸ ਜੀ ਸਨ। ਇਹਨਾਂ ਬਾਰੇ ਹੁਣ ਆਪਾਂ ਪੜ੍ਹਾਂਗੇ। ਇਹਨਾਂ ਦਾ ਜਨਮ 1479 ਈਸਵੀ ਨੂੰ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ। ਸੋ ਜਿਹੜਾ 1469, ਜਿਵੇਂ ਕਿ ਤੁਸੀਂ ਦੇਖ ਰਹੇ ਹੋ, 1469 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਅਤੇ 1479 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਇਹਨਾਂ ਦੀ ਜੀਵਨ ਕਾਲ ਦੇ ਵਿੱਚ ਸਿਰਫ 10 ਸਾਲ ਹੀ ਛੋਟੇ ਸਨ ਅਮਰਦਾਸ ਜੀ, ਭਾਵੇਂ ਇਹ ਗੁਰੂ
ਤੀਜੇ ਸਨ, ਪਰ ਇਹ ਉਹਨਾਂ ਤੋਂ ਸਿਰਫ 10 ਸਾਲ ਹੀ ਉਮਰ ਦੇ ਵਿੱਚੋਂ ਘੱਟ ਸਨ। ਇਹਨਾਂ ਦੇ ਮਾਤਾ ਬਖਤ ਕੌਰ ਅਤੇ ਪਿਤਾ ਤੇਜਵਾਨ ਸੀ। ਇਹਨਾਂ ਜਿਹੜਾ ਵਿਆਹ ਸੀ ਉਹ ਬੀਬੀ ਮਨਸਾ ਦੇਵੀ ਜੀ ਨਾਲ ਹੋਇਆ ਸੀ। ਸਪੁੱਤਰ ਮੋਹਰੀ ਅਤੇ ਮੋਹਨ, ਸਪੁੱਤਰੀ ਦਾਨੀ ਅਤੇ ਭਾਨੀ ਸਨ। ਠੀਕ ਹੈ, ਗੁਰਗੱਦੀ ਇਹਨਾਂ ਨੇ ਜਿਹੜੀ ਸੰਭਾਲੀ ਸੀ ਇਹ 1552 ਈਸਵੀ ਤੋਂ ਲੈ ਕੇ 1574, ਯਾਨੀ ਕਿ ਲਗਭਗ 22 ਸਾਲ ਇਹ ਗੁਰਗੱਦੀ 'ਤੇ ਰਹੇ। ਇਹਨਾਂ ਨੇ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਤਾਂ ਕਿ ਜਿਹੜੇ ਵੀ ਸਿੱਖ ਅਨੁਯਾਈ ਇਹਨਾਂ ਕੋਲ ਆਉਂਦੇ ਸਨ ਜਾਂ ਇਹਨਾਂ ਨੇ ਵੱਖ-ਵੱਖ ਧਰਮ ਨੂੰ ਫੈਲਾਉਣ ਵਾਸਤੇ ਇਹਨਾਂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ। ਇਹਨਾਂ ਨੇ ਰਚਨਾ ਕੀਤੀ ਆਨੰਦ ਸਾਹਿਬ ਦੀ, ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਕਹੂੰਗਾ ਆਨੰਦੂ ਇਹਨਾਂ ਨੇ ਰਚਨਾ ਕੀਤੀ ਸੀ। ਜਦੋਂ ਵੀ ਸਿੱਖ ਸਮੁਦਾਇ ਵਿੱਚ ਜਦੋਂ ਵੀ ਵਿਆਹ ਹੁੰਦਾ ਹੈ ਤਾਂ ਉਸ ਟਾਈਮ ਇਹਨਾਂ ਦਾ ਇਹ ਆਨੰਦ ਸਾਹਿਬ ਦਾ ਕਾਰਜ ਕਿਹਾ ਜਾਂਦਾ ਹੈ। ਸ਼ਹਿਰ ਵਸਾਏ ਨੇ ਗੋਇੰਦਵਾਲ ਸਾਹਿਬ ਸ਼ਹਿਰ ਵਸਾਇਆ, ਜੋ ਕਿ ਅੱਜ ਕੱਲ੍ਹ ਤਰਨ ਤਾਰਨ ਦੇ ਵਿੱਚ ਹੈ। ਅਤੇ ਨਿਰਮਾਣ ਇਹਨਾਂ ਨੇ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ ਗੋਇੰਦਵਾਲ ਸਾਹਿਬ ਵਿਖੇ। ਠੀਕ ਹੈ, ਇਹਨਾਂ ਨੇ ਇੱਕ ਪ੍ਰਚਾਰ ਕੀਤਾ ਸੰਗਤ ਤੋਂ ਪਹਿਲਾਂ ਪੰਗਤ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਆ ਕੇ ਸੰਗਤ ਦੇ ਵਿੱਚ ਬੈਠੋ ਅਤੇ ਫਿਰ ਪੰਗਤ ਆਪਣੀ ਲਗਾਓ। ਇਹਨਾਂ ਨੇ ਇਹ ਪ੍ਰਚਾਰ ਕੀਤਾ ਇਸ ਚੀਜ਼ ਦਾ, ਜਿਹੜੇ ਕਿ ਜਦੋਂ ਉਹਨਾਂ ਦੇ ਸਮਕਾਲੀ ਰਾਜਾ ਮੁਗਲ ਬਾਦਸ਼ਾਹ ਅਕਬਰ ਸਨ, ਇਹ ਪ੍ਰਥਾ ਉਹਨਾਂ ਵਾਸਤੇ ਵੀ ਲਾਗੂ ਸੀ ਅਤੇ ਉਹਨਾਂ ਨੇ ਵੀ ਇਸੇ ਪ੍ਰਥਾ ਦਾ ਪ੍ਰਚਾਰ ਦਾ ਜਿਹੜਾ ਇੱਜ਼ਤ ਕੀਤੀ। ਜਿਵੇਂ ਸੰਗਤ ਤੋਂ ਪਹਿਲਾਂ ਪੰਗਤ, ਉਹਨਾਂ ਨੇ ਵੀ ਇਹੀ ਅਪਣਾਇਆ ਜਦੋਂ ਕਿ ਉਹ ਇਹਨਾਂ ਗੁਰੂ ਸਾਹਿਬਾਨ ਨੂੰ ਮਿਲਣ ਵਾਸਤੇ ਆਇਆ ਸੀ। ਜਿਹੜੇ ਇਹਨਾਂ ਦੇ ਉੱਤਰਾਧਿਕਾਰੀ ਸਨ ਉਹ ਭਾਈ ਜੇਠਾ ਜੀ ਸਨ, ਜਿਨ੍ਹਾਂ ਨੂੰ ਆਪਾਂ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਜਾਣੇ ਜਾਂਦੇ ਹਾਂ, ਜੋ ਕਿ ਸਿੱਖਾਂ ਦੇ ਚੌਥੇ ਗੁਰੂ ਸਾਹਿਬਾਨ ਸਨ। ਸੋ ਜੋਤੀ ਜੋਤ ਇਹ ਗੋਇੰਦਵਾਲ ਸਾਹਿਬ ਵਿਖੇ 1574 ਈਸਵੀ ਨੂੰ ਇਹ ਜੋਤੀ ਜੋਤ ਸਮਾ ਗਏ ਸਨ। ਹੁਣ ਆਪਾਂ ਚੱਲਦੇ ਹਾਂ ਨੈਕਸਟ 'ਤੇ। ਆਪਣੇ ਜਿਹੜੇ ਚੌਥੇ ਗੁਰੂ ਸਾਹਿਬਾਨ ਸਨ ਉਹ ਸਨ ਗੁਰੂ ਰਾਮਦਾਸ ਜੀ, ਜਿਨ੍ਹਾਂ ਨੂੰ ਭਾਈ ਜੇਠਾ ਜੀ ਵੀ ਕਿਹਾ ਜਾਂਦਾ ਹੈ। ਜਨਮ ਇਹਨਾਂ ਦਾ 1534 ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਮਾਤਾ ਦਇਆ ਕੌਰ ਅਤੇ ਪਿਤਾ ਹਰੀਦਾਸ ਜੀ ਸਨ। ਇਹਨਾਂ ਦੀ ਪਤਨੀ ਬੀਬੀ ਭਾਨੀ ਜੀ ਸਨ, ਜੋ ਕਿ ਤੀਜੇ ਗੁਰੂ ਸਾਹਿਬਾਨ ਗੁਰੂ ਅਮਰਦਾਸ ਜੀ ਦੀ ਬੇਟੀ ਸਨ ਅਤੇ ਸਪੁੱਤਰੀ ਸਨ। ਪੁੱਤਰ ਇਹਨਾਂ ਦੇ ਪ੍ਰਿਥੀ ਚੰਦ ਮਹਾਦੇਵ ਅਤੇ ਅਰਜਨ ਦੇਵ ਜੀ ਸਨ। ਗੁਰਗੱਦੀ ਇਹਨਾਂ ਨੇ ਜਿਹੜੀ 1574 ਤੋਂ ਲੈ ਕੇ 1581 ਤੱਕ ਇਹਨਾਂ ਨੇ ਗੁਰਗੱਦੀ 'ਤੇ ਸੰਭਾਲੀ ਅਤੇ ਇਹਨਾਂ ਨੇ ਮਸੰਦ ਪ੍ਰਥਾ ਦੀ ਸਥਾਪਨਾ ਕੀਤੀ, ਜਿਹੜਾ ਕਿ ਜਿਹਦੇ ਵਿੱਚ ਇਹਨਾਂ ਵੱਖ-ਵੱਖ ਜਿਹੜੇ ਸਿੱਖ ਸਨ ਉਹਨਾਂ ਨੂੰ ਜਿਹੜੀ ਵੀ ਆਪਣਾ ਕੋਈ ਵੀ ਭੇਟਾਂ ਚੜ੍ਹਾਉਂਦਾ ਸੀ ਉਹ ਭੇਟਾਂ ਲਿਆ ਕੇ ਇਹ ਗੁਰੂ ਸਾਹਿਬ ਕੋਲ ਪਹੁੰਚਾਉਂਦੇ ਸਨ। ਇਹਨਾਂ ਨੇ ਮਸੰਦ ਪ੍ਰਥਾ ਦੀ ਰਾਮਦਾਸ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ, ਜੋ ਕਿ ਗੁਰੂ ਗੋਬਿੰਦ ਸਿੰਘ ਜਿਹੜੇ 10ਵੇਂ ਗੁਰੂ ਸਾਹਿਬਾਨ ਨੇ ਉਹਨਾਂ ਨੇ ਇਸ ਨੂੰ ਜਿਹੜਾ ਹੈ ਬੰਦ ਕਰ ਦਿੱਤਾ ਸੀ। ਆਪ ਦੇ ਸਭ ਤੋਂ ਵਿਸ਼ੇਸ਼ ਚੇਲੇ ਭਾਈ ਗੁਰਦਾਸ ਜੀ ਸਨ। ਰਚਨਾ 30 ਵੱਖ-ਵੱਖ ਰਾਗਾਂ ਵਿੱਚ 638 ਮੰਤਰ, ਲਾਵਾਂ ਅਤੇ ਘੋੜੀਆਂ, ਇਹ ਵੀ ਇਹਨਾਂ ਨੇ ਜਿਹੜਾ ਕਿ ਆਪਣਾ ਯੋਗਦਾਨ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜਿਵੇਂ ਕਿ ਤੁਸੀਂ ਦੇਖ ਰਹੇ ਹੋ 30 ਵੱਖ-ਵੱਖ ਰਾਗਾਂ ਦੇ ਵਿੱਚ ਇਹਨਾਂ ਨੇ ਇੰਨੇ ਮੰਤਰ ਲਿਖੇ, ਤਾਂ ਇਹ ਇੱਕ ਟਾਈਪ ਬਹੁਤ ਹੀ ਵਧੀਆ ਕਵੀ ਵੀ ਜਾਣੇ ਜਾਂਦੇ ਸਨ। ਠੀਕ ਹੈ, ਇਹਨਾਂ ਨੇ ਸ਼ਹਿਰ ਵਸਾਇਆ ਅੰਮ੍ਰਿਤਸਰ, ਜਿਨ੍ਹਾਂ ਨੂੰ ਸ਼ੁਰੂ ਦੇ ਵਿੱਚ ਗੁਰੂ ਕਾ ਚੱਕ ਵੀ ਕਿਹਾ ਜਾਂਦਾ ਸੀ, ਬਾਅਦ ਦੇ ਵਿੱਚ ਰਾਮਦਾਸਪੁਰ, ਅਤੇ ਜੋ ਅੱਜ ਕੱਲ੍ਹ ਆਪਾਂ ਅੰਮ੍ਰਿਤਸਰ ਇਹਨਾਂ ਨੂੰ ਕਹਿ ਰਹੇ ਹਾਂ। ਸੋ ਇਹਨਾਂ ਦੇ ਸਮਕਾਲੀ ਰਾਜਾ ਅਕਬਰ ਸਨ। ਉੱਤਰਾਧਿਕਾਰੀ ਗੁਰੂ ਅਰਜਨ ਦੇਵ ਜੀ ਸਨ ਅਤੇ ਜੋਤੀ ਜੋਤ ਸਮਾਉਣ ਗੋਇੰਦਵਾਲ ਵਿਖੇ 1581 ਨੂੰ ਇਹ ਜੋਤੀ ਜੋਤ ਸਮਾ ਗਏ ਸਨ। ਹੁਣ ਆਪਾਂ ਚੱਲਦੇ ਹਾਂ ਗੁਰੂ ਅਰਜਨ ਦੇਵ ਜੀ, ਜੋ ਕਿ ਸਿੱਖਾਂ ਦੇ 5ਵੇਂ ਗੁਰੂ ਹੋਏ ਹਨ। ਜਨਮ ਇਹਨਾਂ ਦਾ 1563 ਵਿੱਚ ਗੋਇੰਦਵਾਲ ਸਾਹਿਬ ਵਿਖੇ ਇਹਨਾਂ ਦਾ ਜਨਮ ਹੋਇਆ। ਇਹਨਾਂ ਦੀ ਮਾਤਾ ਬੀਬੀ ਭਾਨੀ ਸਨ। ਪਿਤਾ ਗੁਰੂ ਰਾਮਦਾਸ ਜੀ ਸਨ। ਪਤਨੀ ਇਹਨਾਂ ਦੀ ਮਾਤਾ ਗੰਗਾ ਜੀ ਸਨ। ਦੇਖੋ ਹੁਣ ਇਸ ਜਿਹੜੇ ਗੁਰੂ ਅਰਜਨ ਦੇਵ ਜੀ ਸਨ, ਇਹਨਾਂ ਤੋਂ ਇਹ ਪ੍ਰਥਾ ਸ਼ੁਰੂ ਹੋ ਗਈ ਕਿ ਅੱਗੇ ਦੇ ਜਿੰਨੇ ਵੀ ਗੁਰੂ ਸਾਹਿਬਾਨ ਸਨ ਉਹ ਇਹਨਾਂ ਦੇ ਅੱਗੇ ਬੇਟੇ ਹੀ ਗੁਰੂ ਸਾਹਿਬਾਨ ਬਣੇ। ਇਹਨਾਂ ਤੋਂ ਪਹਿਲਾਂ ਹਾਲਾਂਕਿ ਗੁਰੂ ਸਾਹਿਬਾਨ ਕਿਸੇ ਦਾ ਬੇਟਾ ਨਹੀਂ ਸੀ, ਜੋ ਵੀ ਉਹਨਾਂ ਦਾ ਇਸ ਤੋਂ ਬਾਅਦ ਇਹ ਪਰਿਵਾਰਿਕ ਪ੍ਰਥਾ ਸੀ ਕਿ ਅੱਗੇ ਤੋਂ ਅੱਗੇ ਇਹ ਹੁੰਦੀ। ਗੁਰੂ ਅਰਜਨ ਦੇਵ ਜੀ ਸਨ ਜਿਹੜੇ ਇਹ ਪਹਿਲੇ ਬੇਟੇ ਸਨ, ਜਿਹੜੇ ਕਿ ਜਿਨ੍ਹਾਂ ਨੇ ਗੁਰੂ ਦੀ ਉਪਾਧੀ ਸੰਭਾਲੀ ਸੀ। ਸੋ ਇਹਨਾਂ ਦਾ ਸਪੁੱਤਰ ਹਰਗੋਬਿੰਦ ਸੀ, ਇੱਕ ਹੀ ਇਹਨਾਂ ਦੇ ਬੇਟੇ ਸਨ, ਗੁਰੂ ਹਰਗੋਬਿੰਦ ਸੀ, ਅਤੇ ਮਾਤਾ ਗੰਗਾ ਜੀ ਇਹਨਾਂ ਦੀ ਪਤਨੀ ਸਨ।
ਗੁਰਗੱਦੀ ਇਹਨਾਂ ਨੇ 81 ਤੋਂ 1606 ਈਸਵੀ ਤੱਕ ਇਹਨਾਂ ਨੇ ਗੁਰਗੱਦੀ ਸੰਭਾਲੀ। ਸੰਪੂਰਨ ਕਰਵਾਇਆ ਅੰਮ੍ਰਿਤਸਰ ਸਰੋਵਰ, ਸੰਤੋਖਸਰ, ਰਾਮਸਰ ਸਰੋਵਰ, ਜੋ ਕਿ ਪਹਿਲਾਂ ਤੋਂ ਸ਼ੁਰੂ ਸਨ ਪਰ ਇਹਨਾਂ ਨੂੰ ਕੰਪਲੀਟ ਕਰਵਾਇਆ। ਉਸਾਰੀ ਜਿਹਨਾਂ ਨੇ ਨਵਾਂ ਕੰਮ ਕਰਵਾਇਆ ਉਹ ਹਰਿਮੰਦਰ ਸਾਹਿਬ, ਜੋ ਕਿ ਅੰਮ੍ਰਿਤਸਰ ਵਿਚਕਾਰ ਕਰਵਾਇਆ ਇਹਨਾਂ ਨੇ। ਸੱਦਾ ਭੇਜਿਆ। ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਮੁਸਲਿਮ ਸੂਫੀ ਸੰਤ ਮੀਆਂ ਮੀਰ ਜੀ ਨੂੰ ਇਹਨਾਂ ਨੇ ਬੁਲਾਇਆ ਸੀ, ਤਾਂ ਕਿਉਂਕਿ ਉਹ ਇਹ ਚਾਹੁੰਦੇ ਸਨ ਕਿ ਉਹ ਕਿਸੇ ਵੀ ਸਾਰੇ ਧਰਮਾਂ ਨੂੰ ਇੱਕ ਮੰਨਦੇ ਸਨ ਅਤੇ ਸਾਰਿਆਂ ਦੇ ਸਾਰੇ ਦੇ ਉਹ ਗੁਰੂ ਸਨ, ਤਾਂ ਇਸ ਕਰਕੇ ਇਹਨਾਂ ਨੂੰ ਇੱਕ ਮੁਸਲਿਮ ਸੂਫੀ ਸੰਤ ਮੀਆਂ ਮੀਰ ਜੀ ਨੂੰ ਬੁਲਾ ਕੇ ਇਹਨਾਂ ਦੀ ਸਥਾਪਨਾ ਕਰਵਾਈ ਸੀ। ਠੀਕ ਹੈ ਜੀ। ਅਤੇ ਜਿਹੜਾ ਰਚਨਾ ਇਹਨਾਂ ਨੇ ਆਦਿ ਗ੍ਰੰਥ, ਜਿਹੜਾ ਕਿ ਪੋਥੀ ਸਾਹਿਬ ਸੀ, ਜਿਹਦੇ ਵਿੱਚ 4 ਗੁਰੂ ਸਾਹਿਬਾਨਾਂ ਦੀ ਜਿਹੜੀ ਗੁਰਬਾਣੀ ਦਰਜ ਸੀ, ਅਤੇ ਉਹਨਾਂ ਨੇ ਆਦਿ ਗ੍ਰੰਥ ਦਾ ਇਹਨਾਂ ਨੂੰ ਰੂਪ ਦਿੱਤਾ। 1604 ਈਸਵੀ ਵਿੱਚ ਇਹਨਾਂ ਨੇ ਬਣਾਇਆ। ਇਹ ਸੁਖਮਨੀ ਸਾਹਿਬ ਇਹਨਾਂ ਦੀ ਸਭ ਤੋਂ ਵੱਡੀ ਰਚਨਾ ਹੈ। ਠੀਕ ਹੈ, ਜਿਹੜੇ ਕਿ ਇਹਨਾਂ ਨੂੰ ਇੱਕ ਦੂਜੇ ਨਾਮ 'ਤੇ ਵੀ ਜਾਣਿਆ ਜਾਂਦਾ, ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਜ਼ਰੂਰ ਮੈਨੂੰ। ਸ਼ਹਿਰ ਵਸਾਇਆ 1590 ਈਸਵੀ ਵਿੱਚ ਇਹਨਾਂ ਨੇ ਤਰਨਤਾਰ ਸ਼ਹਿਰ ਵਸਾਇਆ। 1594 ਈਸਵੀ ਵਿੱਚ ਕਰਤਾਰਪੁਰ ਸਾਹਿਬ, ਅੱਜ ਕੱਲ੍ਹ ਜਲੰਧਰ ਵਿੱਚ ਹੈ, ਜ਼ਿਲ੍ਹੇ ਵਿੱਚ ਸਥਿਤ ਹੈ। ਅਤੇ ਇਹਨਾਂ ਨੇ ਇੱਕ ਹੋਰ ਸ਼ਹਿਰ ਸੀ ਜਿਹੜਾ ਵਸਾਇਆ ਸੀ, ਰੁਹੇਲਾ ਪਿੰਡ, ਜਿਹੜਾ ਉੱਜੜ ਗਿਆ ਸੀ। ਉਹਨਾਂ ਨੇ ਆਪਣੇ ਬੇਟੇ ਹਰਗੋਬਿੰਦ ਜੀ ਦੇ ਨਾਂ 'ਤੇ ਉਹਦਾ ਨਾਂ ਰੱਖਿਆ ਸੀ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਉੱਜੜੇ ਹੋਏ ਪਿੰਡ ਨੂੰ ਕਿਹਨਾਂ ਨੇ ਵਸਾਇਆ ਸੀ, ਉਹ ਗੁਰੂ ਅਰਜਨ ਦੇਵ ਜੀ ਸਨ। ਸੋ ਇਹਨਾਂ ਨੇ 2 ਸ਼ਹਿਰਾਂ ਦੀ ਸਥਾਪਨਾ ਕੀਤੀ, ਜਿਹੜੇ ਕਿ ਪਹਿਲੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਇੱਕ ਸਾਰਿਆਂ ਨੇ ਕੀਤੀ ਸੀ ਸਥਾਪਨਾ। ਇਹ ਯਾਦ ਰੱਖਣ ਯੋਗ ਗੱਲਾਂ ਨੇ। ਠੀਕ ਹੈ, ਆਪਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਅੱਗੇ ਆ ਗਿਆ ਜਿਹੜਾ ਪੁਨਰ ਨਿਰਮਾਣ ਸੀ, ਜਿਹੜਾ ਰੋਹੇਲਾ ਪਿੰਡ ਦਾ ਇਹਨਾਂ ਨੇ ਸ੍ਰੀ ਹਰਗੋਬਿੰਦ ਰੱਖਿਆ ਸੀ। ਇਹਨਾਂ ਨੇ ਦਸਵੰਧ ਪ੍ਰਥਾ ਦਾ ਜਿਹੜਾ ਹੈ ਸ਼ੁਰੂਆਤ ਕੀਤੀ ਸੀ। ਠੀਕ ਹੈ, ਜਿਹੜਾ ਕਿ ਕੋਈ ਵੀ ਸਿੱਖ ਸ਼ਰਧਾਲੂ ਆਏਗਾ ਆਪਣਾ ਦਸਵੰਧ ਇੱਧਰ ਭੇਟਾਂ ਲੈ ਕੇ ਆਉਣਗੇ। ਉਹਨਾਂ ਦੇ ਸਮੇਂ ਦੇ ਮੁਗਲ ਬਾਦਸ਼ਾਹ ਸਨ ਅਕਬਰ ਅਤੇ ਜਹਾਂਗੀਰ। ਦੇਖੋ, ਅਕਬਰ ਬਾਦਸ਼ਾਹ ਜੀ ਜਿਹੜੇ ਹੈਗੇ ਸਨ, ਇਹ ਤੀਜੇ ਗੁਰੂ ਸਾਹਿਬਾਨ ਤੋਂ ਲੈ ਕੇ 5ਵੇਂ ਤੱਕ ਰਹੇ, ਜਿਨ੍ਹਾਂ ਦੇ ਜੀਵਨ ਕਾਲ ਵਿੱਚ ਬਹੁਤ ਹੀ ਸਿੱਖ ਧਰਮ ਨੂੰ ਕੋਈ ਆਂਚ ਨਹੀਂ ਆਈ। ਅਤੇ ਇਹਨਾਂ ਨੇ ਪਰ ਇਹਦੇ ਤੋਂ ਬਾਅਦ ਜਿਹੜੇ ਜਹਾਂਗੀਰ ਸੀ, ਉਹ ਇੱਕ ਕੱਟੜ ਧਰਮੀ ਰਾਜਾ ਸੀ। ਸੋ ਇਹਨਾਂ ਨੇ ਅੱਗੇ ਫਿਰ ਜਿਹੜਾ ਜਹਾਂਗੀਰ ਬਣ ਗਿਆ ਸੀ ਰਾਜਾ, ਉਹਨਾਂ ਦੇ ਅੱਗੇ ਜਦੋਂ ਇਹਨਾਂ ਦਾ ਉੱਤਰ ਅਧਿਕਾਰੀ ਹਰਗੋਬਿੰਦ ਜੀ ਬਣੇ ਅਗਲੇ। ਸੋ ਇਹਨੇ ਜੋਤੀ ਜੋਤ 1606 ਈਸਵੀ ਵਿੱਚ ਇਹ ਜੋਤੀ ਜੋਤ ਸਮਾ ਗਏ। ਇਹ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਮੁਗਲਾਂ ਹੱਥੋਂ ਸ਼ਹੀਦੀ ਪਾਈ ਸੀ। ਸੋ ਅਗਲੇ ਚੱਲਦੇ ਹਾਂ ਆਪਾਂ। ਗੁਰੂ ਹਰਗੋਬਿੰਦ ਸੀ ਜਿਹੜੇ ਸਿੱਖਾਂ ਦੇ 6ਵੇਂ ਗੁਰੂ ਹੋਏ ਨੇ, ਇਹਨਾਂ ਦੀ ਆਪਾਂ ਅੱਗੇ ਗੱਲ ਕਰਦੇ ਹਾਂ। ਜਨਮ 1595 ਈਸਵੀ ਵਿੱਚ ਅੰਮ੍ਰਿਤਸਰ ਨੇੜੇ ਪਿੰਡ ਵਡਾਲੀ ਵਿਖੇ ਹੋਇਆ। ਮਾਤਾ ਗੰਗਾ ਜੀ ਸੀ ਅਤੇ ਗੁਰੂ ਅਰਜਨ ਦੇਵ ਜੀ ਸਨ। ਜਿਹੜੀ ਇਹਨਾਂ ਦੀ ਪਤਨੀ ਮਾਤਾ ਦਮੋਦਰੀ, ਮਾਤਾ ਮਰਵਾਹੀ ਅਤੇ ਮਾਤਾ ਨਾਨਕੀ ਸਨ। ਪੁੱਤਰ ਅਤੇ ਪੁੱਤਰੀ ਸਪੁੱਤਰ ਗੁਰਦਿੱਤਾ, ਅਨਿਰਾਏ, ਸੂਰਜਮਲ, ਅਟਲ ਰਾਏ, ਤੇਗ ਬਹਾਦਰ ਜੀ ਸਨ। ਕਿਉਂਕਿ ਗੁਰੂ ਤੇਗ ਬਹਾਦਰ ਜੀ ਇਹਨਾਂ ਦੀ ਦੂਸਰੀ ਜਿਹੜੀ ਮਾਤਾ ਨਾਨਕੀ ਸਨ, ਇਹ ਉਹਨਾਂ ਦੇ ਪੁੱਤਰ ਸਨ। ਸਪੁੱਤਰੀ ਬੀਬੀ ਵੀਰੋਈ ਇਹਨਾਂ ਦੇ। ਗੁਰਗੱਦੀ 1606 ਤੋਂ 1644 ਤੱਕ ਇਹਨਾਂ ਨੇ ਸੰਭਾਲੀ। ਬਖਸ਼ਿਸ਼ ਕੀਤੀ ਮੀਰੀ ਅਤੇ ਪੀਰੀ ਇਹਨਾਂ ਨੇ, ਕਿਉਂਕਿ ਗੁਰੂ ਅਰਜਨ ਦੇਵ ਜੀ ਜਿਹੜੇ 5ਵੇਂ ਪਾਤਸ਼ਾਹ ਸਨ, ਉਹਨਾਂ ਦੇ ਸ਼ਹੀਦੀ ਤੋਂ ਬਾਅਦ ਇਹਨਾਂ ਨੇ ਇਹ ਧਾਰਨਾ ਪਈ ਕਿ ਆਪਾਂ ਨੂੰ ਆਪਣੀ ਰੱਖਿਆ ਵੀ ਆਪਣੇ ਆਪ ਹੀ ਕਰਨੀ ਪਵੇਗੀ। ਪਹਿਚਾਣ ਇਹਨਾਂ ਨੂੰ ਬੰਦੀ ਛੋੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸਾਰੀ ਕਰਵਾਈ ਇਹਨਾਂ ਨੇ ਅਕਾਲ ਤਖਤ ਹਰਿਮੰਦਰ ਸਾਹਿਬ ਦੇ ਸਾਹਮਣੇ ਇਹਨਾਂ ਨੇ ਉਸਾਰੀ ਕਰਵਾਈ। ਕਿਲ੍ਹਾਬੰਦੀ ਕੀਤੀ ਇਹਨਾਂ ਨੇ, ਅੰਮ੍ਰਿਤਸਰ ਕਿਲ੍ਹੇ ਦਾ ਨਿਰਮਾਣ ਕਰਵਾਇਆ ਜਿਸ ਨੂੰ ਲੋਹਗੜ੍ਹ ਕਹਿੰਦੇ ਹਨ। ਇਹ ਯਾਦ ਰੱਖਣ ਯੋਗ ਗੱਲਾਂ ਨੇ। ਸ਼ਹਿਰ ਇਹਨਾਂ ਨੇ ਵਸਾਇਆ ਕੀਰਤਪੁਰ, ਸਮੇਂ ਦੇ ਮੁਗਲ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਂ। ਉੱਤਰਾਧਿਕਾਰੀ ਇਹਨਾਂ ਦੇ ਗੁਰੂ ਹਰਿਰਾਏ ਜੀ ਸਨ। ਜੋਤੀ ਜੋਤ 1644 ਈਸਵੀ ਵਿੱਚ ਕੀਰਤਪੁਰ ਵਿਖੇ ਇਹ ਜੋਤੀ ਜੋਤ ਸਮਾ ਗਏ ਸਨ। ਅੱਗੇ ਆਪਣੇ ਗੁਰੂ ਸਾਹਿਬਾਨ ਸਨ ਗੁਰੂ ਹਰਿਰਾਏ ਜੀ, ਜਿਨ੍ਹਾਂ ਦਾ ਜਨਮ 1630 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ ਹੋਇਆ। ਮਾਤਾ ਅਨੰਤੀ ਅਤੇ ਬਾਬਾ ਗੁਰਦਿੱਤਾ ਜੀ ਇਹਨਾਂ ਦੇ ਪਿਤਾ ਜੀ ਸਨ। ਪਤਨੀ ਬੀਬੀ ਸੁਲੱਖਣੀ, ਸਪੁੱਤਰ ਰਾਮ ਰਾਏ ਅਤੇ ਹਰੀ ਕ੍ਰਿਸ਼ਨ। ਇਹਨਾਂ ਦੇ ਘਰ 2 ਸਪੁੱਤਰਾਂ ਨੇ ਜਨਮ ਲਿਆ। ਗੁਰਗੱਦੀ 1644 ਤੋਂ 1661 ਈਸਵੀ ਵਿੱਚ ਇਹਨਾਂ ਨੇ ਗੁਰਗੱਦੀ ਸੰਭਾਲੀ। ਬਖਸ਼ਿਸ਼
ਬਖਸ਼ਿਸ਼। ਇੱਕ ਬੱਚੇ ਦਾ ਨਾਂ ਫੂਲ ਰੱਖਿਆ ਜੋ ਪਟਿਆਲਾ ਨਾਭਾ ਅਤੇ ਜੀਂਦ ਦਾ ਬਾਨੀ ਬਣਿਆ। ਇਹਨਾਂ ਨੇ ਜਿਹੜੇ ਇਹ ਬੱਚਾ ਸੀ ਇਸ ਨੂੰ ਆਸ਼ੀਰਵਾਦ ਦਿੱਤਾ ਸੀ, ਜਿਹੜਾ ਕਿ ਅੱਗੇ ਜਾ ਕੇ ਪਟਿਆਲਾ ਨਾਭਾ ਜੀਂਦ ਦਾ ਜਿਹੜਾ ਕਿ ਰਾਜਾ ਬਣਿਆ ਸੀ। ਆਸ਼ੀਰਵਾਦ ਦਿੱਤਾ ਦਾਰਾ ਸ਼ਿਕੋ ਜੋ ਕਿ ਸ਼ਾਹਜਹਾਂ ਦਾ ਵੱਡਾ ਪੁੱਤਰ ਸੀ, ਉਹਨਾਂ ਨੂੰ ਇਹਨਾਂ ਨੇ ਆਸ਼ੀਰਵਾਦ ਦਿੱਤਾ ਸੀ। ਉਸ ਸਮੇਂ ਦੇ ਮੁਗਲ ਬਾਦਸ਼ਾਹ ਸ਼ਾਹਜਹਾਂ ਅਤੇ ਔਰੰਗਜ਼ੇਬ, ਇਹਨਾਂ ਦੇ ਜੀਵਨ ਕਾਲ ਦੇ ਵਿੱਚ ਦੋ ਬਾਦਸ਼ਾਹ ਰਹੇ, ਸ਼ਾਹਜਹਾਂ ਅਤੇ ਔਰੰਗਜ਼ੇਬ। ਉੱਤਰਾਧਿਕਾਰੀ ਗੁਰੂ ਹਰਿਕ੍ਰਿਸ਼ਨ ਜੀ ਸਨ। ਜੋਤੀ ਜੋਤ 1661 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ ਇਹ ਜੋਤੀ ਜੋਤ ਸਮਾ ਗਏ ਸਨ। ਗੁਰੂ ਹਰਿਕ੍ਰਿਸ਼ਨ ਜੀ ਜਨਮ ਇਹ ਗੁਰੂ 8ਵੇਂ ਪਾਤਸ਼ਾਹ ਸਨ। ਜਨਮ 1656 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ। ਮਾਤਾ ਸੁਲੱਖਣੀ, ਪਿਤਾ ਹਰੀ ਰਾਏ ਜੀ ਸਨ। ਗੁਰਗੱਦੀ 1661 1664 ਈਸਵੀ ਵਿੱਚ। ਮੰਨਿਆ ਜਾਂਦਾ ਹੈ ਕਿ ਇਹਨਾਂ ਨੂੰ ਬਾਲਾ ਪੀਰ ਦੇ ਨਾਂ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈ। ਜਦੋਂ ਇਹ ਉਹਨਾਂ ਨੂੰ ਮਿਲਣ ਜਾ ਰਹੇ ਸੀ, ਔਰੰਗਜ਼ੇਬ ਜੀਆਂ ਜਿਹੜੇ ਮੁਗਲ ਬਾਦਸ਼ਾਹ ਸੀ, ਅੰਬੇਰ ਦੇ ਰਾਜਾ ਜਿੰਨਾ ਰਾਏ ਸਿन्हा ਦੇ ਕਹਿਣ 'ਤੇ ਮਿਰਜ਼ਾ ਜੈ ਸਿੰਘ ਰਾਏ ਸਿन्हा ਦੇ ਘਰ ਰੁਕੇ। ਅੱਜ ਕੱਲ੍ਹ ਉੱਧਰ ਗੁਰਦੁਆਰਾ ਬੰਗਲਾ ਸਾਹਿਬ ਹੈ, ਪਰ ਉੱਥੇ ਇਹਨਾਂ ਨੂੰ ਮਿਲਣ ਵਾਲਿਆਂ ਦੀ ਲੰਬੀ ਲਾਈਨ ਲੱਗ ਗਈ ਸੀ। ਉੱਤਰਾਧਿਕਾਰੀ ਇਹਨਾਂ ਦੇ ਗੁਰੂ ਤੇਗ ਬਹਾਦਰ ਜੀ ਸਨ ਅਤੇ ਜੋਤੀ ਜੋਤ ਇਹ 1664 ਈਸਵੀ ਦੇ ਵਿੱਚ ਸਮਾਏ। ਠੀਕ ਹੈ, ਹੁਣ ਆਪਾਂ ਚੱਲਦੇ ਹਾਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕੋਲ। ਇਹਨਾਂ ਬਾਰੇ ਹੁਣ ਆਪਾਂ ਜਾਣਕਾਰੀ ਪੜ੍ਹਾਂਗੇ। ਗੁਰੂ ਤੇਗ ਬਹਾਦਰ ਜੀ ਜਨਮ 1621 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਹੋਇਆ। ਮਾਤਾ ਨਾਨਕੀ ਅਤੇ ਪਿਤਾ ਗੁਰੂ ਹਰਗੋਬਿੰਦ ਜੀ ਸਨ। ਇਹਨਾਂ ਦੀ ਪਤਨੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਪਤਨੀ ਸੀ ਜਿਹੜੀ ਗੁਰੂ ਮਾਤਾ ਗੁਜਰੀ ਜੀ ਸਨ, ਅਤੇ ਗੋਬਿੰਦ ਰਾਏ ਜਿਹੜਾ ਕਿ ਅੱਗੇ ਗੁਰੂ ਗੋਬਿੰਦ ਸਿੰਘ ਜੀ ਨਾਂ ਦੇ ਨਾਲ ਆਪਣੇ 10ਵੇਂ ਗੁਰੂ ਸਾਹਿਬਾਨ ਬਣੇ। ਗੁਰਗੱਦੀ ਇਹਨਾਂ ਨੇ 1664 ਤੋਂ 1675 ਈਸਵੀ ਤੱਕ ਸੰਭਾਲੀ। ਸਥਾਪਿਤ ਕੀਤਾ ਚੱਕ ਨਾਨਕੀ ਅਨੰਦਪੁਰ ਸਾਹਿਬ, ਇਹਨਾਂ ਨੇ ਸ਼ਹਿਰ ਵਸਾਇਆ ਸੀ ਇੱਕ। ਉਸ ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਸਨ। ਇਹਨਾਂ ਨੂੰ ਹਿੰਦ ਦੀ ਚਾਦਰ ਦੇ ਨਾਂ 'ਤੇ ਜਾਣਿਆ ਜਾਂਦਾ ਹੈ, ਕਿਉਂਕਿ ਕਸ਼ਮੀਰੀ ਪੰਡਿਤ ਜਿਹੜੇ ਆਏ ਸਨ ਇਹਨਾਂ ਕੋਲ, ਉਹਨਾਂ ਨੇ ਇਹਨਾਂ ਨੂੰ ਆਪਣੀ ਸ਼ਰਨ ਦੇ ਵਿੱਚ ਲਿਆ ਸੀ ਅਤੇ ਇਹਨਾਂ ਨੇ ਉਹਨਾਂ ਵਾਸਤੇ ਆਪਣੀ ਸ਼ਹੀਦੀ ਦਿੱਤੀ ਸੀ। ਸ਼ਹਾਦਤ ਹੈ ਜਿਹੜੀ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ 'ਤੇ ਸਮਾਣਾ ਦੇ ਜਲਾਲੂਦੀਨ ਨੇ ਕੁਹਾੜੇ ਨਾਲ ਚਾਂਦਨੀ ਚੌਂਕ ਦਿੱਲੀ ਵਿਖੇ ਸੀਸ ਕੱਟਿਆ ਗਿਆ ਸੀ, ਸੋ ਇਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ। ਸ਼ਹਾਦਤ ਵਾਲੇ ਸਥਲ 'ਤੇ ਜਿੱਥੇ ਇਹਨਾਂ ਦੀ ਸ਼ਹਾਦਤ ਹੋਈ ਸੀ, ਉੱਥੇ ਸਰਦਾਰ ਬਘੇਲ ਸਿੰਘ ਨੇ ਗੁਰਦੁਆਰਾ ਸੀਸਗੰਜ ਬਣਵਾਇਆ। ਸੁੰਨਸਾਨ ਸਰੀਰ ਦਾ ਅੰਤਿਮ ਸੰਸਕਾਰ ਲੱਖੀ ਸ਼ਾਹ ਲੁਬਾਣਾ ਨੇ ਆਪਣੀ ਝੌਂਪੜੀ 'ਚ ਕੀਤਾ, ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਕਹਿੰਦੇ ਹਨ। ਕੱਟੇ ਹੋਏ ਸਰੀਰ ਨੂੰ ਲੈ ਕੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਲੈ ਕੇ ਆਏ। ਕੱਟੇ ਹੋਏ ਸਰੀਰ ਦਾ ਸੰਸਕਾਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰਦੁਆਰਾ ਸੀਸਗੰਜ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ। ਉੱਤਰਾਧਿਕਾਰੀ ਇਹਨਾਂ ਦੇ ਅਗਲੇ ਗੁਰੂ ਗੋਬਿੰਦ ਸਿੰਘ ਜੀ ਬਣੇ ਅਤੇ ਜੋਤੀ ਜੋਤ 1675 ਈਸਵੀ ਵਿੱਚ ਚਾਂਦਨੀ ਚੌਂਕ ਵਿਖੇ ਦਿੱਲੀ ਵਿਖੇ ਇਹ ਜੋਤੀ ਜੋਤ ਸਮਾ ਗਏ, ਜਿਨ੍ਹਾਂ ਦਾ ਇਹ ਹੁਣ ਲਿਖਿਆ ਹੋਇਆ ਜਲਾਲੂਦੀਨ ਨੇ ਜਿਹੜੇ ਕੁਹਾੜੇ ਨਾਲ ਇਹਨਾਂ ਦਾ ਉਹ ਔਰੰਗਜ਼ੇਬ ਦੇ ਹੁਕਮਾਂ 'ਤੇ ਇਹਨਾਂ ਦਾ ਬਲੀਦਾਨ ਲਿਆ ਗਿਆ ਸੀ। ਹੁਣ ਆਪਾਂ ਚੱਲਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ 10ਵੇਂ ਗੁਰੂ ਸਾਹਿਬਾਨ ਸਨ ਸਿੱਖਾਂ ਦੇ। ਹੁਣ ਇਹਨਾਂ ਬਾਰੇ ਆਪਾਂ ਜਾਣਕਾਰੀ ਹਾਸਿਲ ਕਰਾਂਗੇ। ਇਹਨਾਂ ਦਾ ਜਨਮ 1666 ਈਸਵੀ ਵਿੱਚ ਪਟਨਾ ਵਿਖੇ ਹੋਇਆ। ਮਾਤਾ ਗੁਜਰੀ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਸਨ। ਪਤਨੀ ਇਹਨਾਂ ਜੀਤੋ ਜੀ ਸੁੰਦਰੀ ਅਤੇ ਸਾਹਿਬ ਦੇਵਾਨ ਜੀ ਸਨ। ਪੁੱਤਰ ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਨ। ਗੁਰਗੱਦੀ 1675 ਈਸਵੀ ਤੋਂ 1708 ਈਸਵੀ ਤੱਕ ਇਹਨਾਂ ਨੇ ਗੁਰਗੱਦੀ ਸੰਭਾਲੀ। ਸਥਾਪਿਤ ਕੀਤਾ ਪਾਉਂਟਾ ਸਾਹਿਬ। ਦਸਮ ਗ੍ਰੰਥ ਵਾਰ ਸ੍ਰੀ ਭਗੋਤਰੀ ਜੀ ਇਹਨਾਂ ਦੀ ਰਚਨਾਵਾਂ ਨੇ। ਬਚਿੱਤਰ ਨਾਟਕ, ਅਕਾਲ ਉਸਤਤ, ਚੰਡੀ ਦੀ ਵਾਰ, ਜਪੂ ਜੀ ਸਾਹਿਬ, ਚੰਡੀ ਚਰਿੱਤਰ, ਗਿਆਨ ਪ੍ਰਬੋਧ, 24 ਅਵਤਾਰ, ਖਾਲਸੇ ਦੀ ਮਹਿਮਾ, ਸਵਈਏ ਅਤੇ ਜ਼ਫਰਨਾਮਾ। ਇਹ ਇਹਨਾਂ ਦੀ ਕਾਫੀ ਇੰਪੋਰਟੈਂਟ ਨੇ, ਇਹਨਾਂ ਦੇ ਵਿੱਚੋਂ ਪੁੱਛੇ ਜਾ ਸਕਦੇ ਨੇ। ਇਹ
ਇਹਨਾਂ ਦੀ ਰਚਨਾ ਹੈ। ਸੋ ਇਹਨਾਂ ਨੇ ਮਸੰਦ ਪ੍ਰਥਾ ਦਾ ਖਾਤਮਾ ਕਰ ਦਿੱਤਾ ਸੀ। ਇੱਕ ਮਾਧੋ ਦਾਸ ਬੈਰਾਗੀ, ਜਿਨ੍ਹਾਂ ਨੂੰ ਆਪਾਂ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਜਾਣਿਆ, ਉਹਨਾਂ ਦੀ ਸਿੱਖੀ ਵਿੱਚ ਤਬਦੀਲੀ ਕੀਤੀ ਸੀ ਉਹਨਾਂ ਨੇ। ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ ਬਹਾਦਰ ਸ਼ਾਹ ਸਨ। ਉੱਤਰਾਧਿਕਾਰੀ ਗੁਰੂ ਗ੍ਰੰਥ ਸਾਹਿਬ ਜੀ। ਇਹਨਾਂ ਨੇ ਇਹ ਅਨਾਊਂਸਮੈਂਟ ਕਰ ਦਿੱਤੀ ਸੀ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਹੀ ਇਹਨਾਂ ਅਗਲੇ ਸਿੱਖਾਂ ਦੇ ਗੁਰੂ ਹੋਣਗੇ। ਇਹਨਾਂ ਤੋਂ ਬਾਅਦ ਇਹਨਾਂ ਦਾ ਕੋਈ ਵੀ ਸਿੱਖ ਗੁਰੂ ਨਹੀਂ ਹੋਵੇਗਾ। ਇਹ ਗੁਰੂ ਸਾਹਿਬਾਨ ਦੀ ਪ੍ਰਥਾ ਇੱਥੇ ਖਤਮ ਹੋ ਗਈ ਸੀ। ਸੋ ਜੋਤੀ ਜੋਤ 1708 ਈਸਵੀ ਵਿੱਚ ਨਾਂਦੇੜ ਵਿਖੇ, ਜੋ ਕਿ ਮਹਾਰਾਸ਼ਟਰ ਵਿੱਚ ਹੈ, ਉੱਥੇ ਜੋਤੀ ਜੋਤ ਸਮਾ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਕਾਫੀ ਇੰਪੋਰਟੈਂਟ ਜਿਹੜੀ ਹੈਗੀਆਂ ਨੇ ਇਹ ਲੜਾਈਆਂ ਵੀ ਲੜੀਆਂ ਸੀ। ਇਹਨਾਂ ਨੇ ਕਾਫੀ ਯੁੱਧ ਹੋਏ। ਸੋ ਇਹਨਾਂ ਦਾ ਇਸ ਤਰੀਕੇ ਨਾਲ ਹੈ। ਇਹਨਾਂ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡਾਂਗੇ। ਇੱਕ, ਜਿਵੇਂ ਕਿ 1699 ਵਿੱਚ ਇਹਨਾਂ ਨੇ ਜਿਵੇਂ ਸਿੱਖ ਸਮਾਜ ਦੀ ਸਥਾਪਨਾ ਕੀਤੀ ਸੀ। ਸੋ ਇੱਧਰ ਆਪਾਂ ਦੇਖਾਂਗੇ ਦੋ ਯੁੱਧ ਇਹਨਾਂ ਨੇ 1688 ਅਤੇ 1690, ਇਹ ਸਿੱਖ ਸਾਜਨਾ ਤੋਂ ਪਹਿਲਾਂ ਦੇ ਨੇ। ਯੁੱਧ ਦੋ ਲੜੇ। ਪਹਿਲਾ ਭੰਗਾਣੀ ਦਾ ਯੁੱਧ ਸੀ। ਇਹ ਭੰਗਾਣੀ ਵਿਖੇ ਲੜਿਆ ਗਿਆ 1688 ਈਸਵੀ ਵਿੱਚ। ਇਹ ਇਹਨਾਂ ਦੀ ਜ਼ਿੰਦਗੀ ਦਾ ਪਹਿਲਾ ਯੁੱਧ ਸੀ, ਭੰਗਾਣੀ ਦਾ ਯੁੱਧ। ਗੁਰੂ ਗੋਬਿੰਦ ਸਿੰਘ ਇੱਕ ਪਾਸੇ ਸਨ, ਦੂਜੇ ਪਾਸੇ ਕਲੌੜ ਦੇ ਰਾਜਾ ਭੀਮ ਚੰਦ ਅਤੇ ਦੂਜੇ ਪਹਾੜੀ ਰਾਜੇ। ਗੁਰੂ ਜੀ ਅਤੇ ਉਹਨਾਂ ਦੀ ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ। ਭੀਮ ਚੰਦ ਅਤੇ ਦੂਜੇ ਰਾਜਪੂਤ ਰਾਜੇ ਗੁਰੂ ਜੀ ਦੇ ਦੋਸਤ ਬਣ ਗਏ ਸਨ। ਠੀਕ ਹੈ ਜੀ। ਅਤੇ ਉਹਦੇ ਤੋਂ ਬਾਅਦ ਜਿਹੜੀ ਸੈਕੰਡ ਲੜਾਈ ਹੋਈ, ਨਦੌਣ ਦੀ ਲੜਾਈ 1690 ਈਸਵੀ ਵਿੱਚ ਲੜੀ ਗਈ। ਗੁਰੂ ਜੀ ਅਤੇ ਪਹਾੜੀ ਰਾਜੇ ਕਿਉਂਕਿ ਇਕੱਠੇ ਹੋ ਗਏ ਸਨ। ਆਲਿਫ ਖਾਨ ਜਿਹੜਾ ਮੁਗਲ ਦਾ ਜਿਹੜਾ ਇੱਕ ਅੱਗੇ ਰੱਖਿਆ ਹੋਇਆ ਸੀ, ਸ਼ਾਸਕ ਦੇ ਅੰਡਰ ਆਉਂਦਾ ਸੀ, ਗਵਰਨਰ ਸੀ। ਗੁਰੂ ਜੀ ਅਤੇ ਪਹਾੜੀ ਰਾਜੇ ਦੇ ਵਿੱਚ ਜਿੱਤੂ ਰਹੇ ਅਤੇ ਆਲਿਫ ਖਾਨ ਨੂੰ ਹਰਾਇਆ ਗਿਆ। ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਅਨੰਦਪੁਰ ਸਾਹਿਬ ਵਿਖੇ ਹੋਇਆ, ਜਿਹੜਾ ਕਿ 1701। ਇਹ ਸਿੱਖ ਸਾਜਨਾ ਤੋਂ ਬਾਅਦ ਦਾ ਪਹਿਲਾ ਯੁੱਧ ਸੀ। ਗੁਰੂ ਜੀ ਅਤੇ ਉਹਨਾਂ ਦੇ ਸਿੱਖ ਇੱਕ ਪਾਸੇ ਸਨ। ਕਲੌੜ ਦੇ ਰਾਜਾ ਭੀਮ ਚੰਦ ਦੇ ਦੂਜੇ ਪਹਾੜੀ ਰਾਜੇ ਜਿਹੜੇ ਸੀ ਉਹ ਦੂਜੇ ਪਾਸੇ ਸਨ। ਗੁਰੂ ਜੀ ਅਤੇ ਉਹਨਾਂ ਦੇ ਜਿਹੜੇ ਸਿੱਖ ਸਨ ਉਹ ਜੇਤੂ ਰਹੇ। ਠੀਕ ਹੈ। ਰਾਜਾ ਨਾਲ ਸੰਧੀ ਹੋ ਗਈ ਅਤੇ ਗੁਰੂ ਜੀ ਨਿਰਮੋਹ ਚਲੇ ਗਏ। ਨਿਰਮੋਹ ਦਾ ਜਿਹੜਾ ਯੁੱਧ ਸੀ, ਨਿਰਮੋਹ 1702 ਈਸਵੀ ਵਿੱਚ ਗੁਰੂ ਜੀ ਅਤੇ ਰਾਜਾ ਭੀਮ ਦੇ ਵਿਚਕਾਰ ਲੜਿਆ ਗਿਆ। ਗੁਰੂ ਜੀ ਅਤੇ ਹਮਲਾਵਰਾਂ ਦੀ ਹਾਰ ਹੋਈ। ਇੱਥੇ ਵੀ ਗੁਰੂ ਜੀ ਦੀ ਜਿੱਤ ਹੋਈ। ਹੁਣ ਆਪਾਂ ਚੱਲਦੇ ਹਾਂ ਹੋਰ ਲੜਾਈਆਂ ਜਿਹੜੇ ਅੱਗੇ ਉਹਨਾਂ ਦੀ ਸਿੱਖਾਂ ਦੀ ਜਿੱਤ ਹੋਈ ਸੀ। ਇਹਦੇ ਵਿੱਚ ਵੀ ਬਸੋਲੀ ਦੀ ਲੜਾਈ 1702 ਈਸਵੀ ਨੂੰ ਬਸੋਲੀ ਵਿਖੇ ਲੜੀ ਗਈ। ਗੁਰੂ ਜੀ ਅਤੇ ਉਹਨਾਂ ਦੇ ਸਿੱਖ ਇੱਕ ਸਾਈਡ ਦੇ ਵਿੱਚ ਸਨ ਅਤੇ ਰਾਜਾ ਭੀਮ ਚੰਦ ਦੂਸਰੀ ਸਾਈਡ ਦੇ ਵਿੱਚ ਸੀ। ਗੁਰੂ ਜੀ ਅਤੇ ਉਹਨਾਂ ਦੇ ਸਿੱਖ ਸੀ ਜਿਹੜੇ ਜੇਤੂ ਰਹੇ। ਸਿੱਖਾਂ ਨੇ ਰਾਜਾ ਦੇ ਇਲਾਕੇ 'ਤੇ ਹਮਲਾ ਕੀਤਾ ਅਤੇ ਕਲਮੋਟ 'ਤੇ ਕਬਜ਼ਾ ਵੀ ਕਰ ਲਿਆ ਸੀ। ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਬਾਰੇ ਜਾਣਕਾਰੀ ਹਾਸਿਲ ਕਰਨ ਵਾਸਤੇ, ਜੋ ਕਿ ਅਨੰਦਪੁਰ ਸਾਹਿਬ ਵਿੱਚ ਹੋਈ 1704 ਈਸਵੀ ਵਿੱਚ। ਗੁਰੂ ਜੀਆਂ ਅਤੇ ਉਹਨਾਂ ਦੇ ਸਿੱਖ ਇੱਕ ਸਾਈਡ ਦੇ ਵਿੱਚ ਸਨ। ਵਜ਼ੀਰ ਖਾਨ ਅਧੀਨ ਪਹਾੜੀ ਰਾਜੇ ਅਤੇ ਮੁਗਲ ਫੌਜਾਂ ਇੱਕ ਸਾਈਡ ਦੇ ਵਿੱਚ ਸਨ। ਵਜ਼ੀਰ ਖਾਨ ਅਧੀਨ ਪਹਾੜੀ ਰਾਜੇ ਅਤੇ ਮੁਗਲ ਫੌਜਾਂ ਦੀ ਇਸ ਦੇ ਵਿੱਚ ਜਿੱਤ ਹੋਈ। ਅਨੰਦਪੁਰ ਸਾਹਿਬ ਦੀ ਜਿਹੜੀ ਦੂਜੀ ਲੜਾਈ ਸੀ ਉਸ ਦੇ ਵਿੱਚ ਗੁਰੂ ਜੀ ਨਹੀਂ ਜਿੱਤ ਪਾਏ ਸਨ। ਗੁਰੂ ਜੀ ਅਤੇ ਉਹਨਾਂ ਸਿੱਖਾਂ ਨੂੰ ਕਿਲ੍ਹਾ ਛੱਡਣਾ ਪਿਆ ਅਤੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਜਿਉਂਦੇ ਹੀ ਨੀਹਾਂ 'ਚ ਚਿਣਾਇਆ ਗਿਆ। ਇਹ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਤੋਂ ਬਾਅਦ ਹੋਇਆ। ਹੁਣ ਅੱਗੇ ਚਮਕੌਰ ਦੀ ਲੜਾਈ ਨੈਕਸਟ ਹੋਈ, ਜਿਹੜੀ ਕਿ 1704 ਈਸਵੀ ਵਿੱਚ। ਸੋ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ 1702 ਤੋਂ ਲੈ ਕੇ 1705 ਈਸਵੀ ਤੱਕ 4 ਲੜਾਈਆਂ ਲੜੀਆਂ ਗਈਆਂ। ਇੱਕ 1702 ਜਿਹਨਾਂ ਨੂੰ ਬਸੋਲੀ ਦੀ ਲੜਾਈ ਕਿਹਾ ਜਾਂਦਾ ਹੈ। 1704 ਦੇ ਵਿੱਚ 2 ਲੜੀਆਂ ਗਈਆਂ, ਚਮਕੌਰ ਦੀ ਅਤੇ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਸੀ ਜਿਹੜੀ। ਠੀਕ ਹੈ। ਇਹਨਾਂ ਦੇ ਵਿੱਚ ਮੁਗਲ ਫੌਜਾਂ ਦੀ ਇਹਦੇ ਵਿੱਚ ਜੇਤੂ ਰਹੇ ਸਨ। 2 ਪੁੱਤਰ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਮੇਤ 35 ਸਿੱਖ ਲੜਾਈ 'ਚ ਸ਼ਹੀਦ ਹੋ ਗਏ ਸਨ। ਸੋ ਖਿਦਰਾਣੇ ਦੀ ਲੜਾਈ ਜਿਹੜੀ ਕਿ ਉਹਨਾਂ ਦੇ ਜੀਵਨ ਦੀ ਆਖਰੀ ਲੜਾਈ ਸੀ, 1705 ਈਸਵੀ ਵਿੱਚ ਲੜੀ ਗਈ। ਗੁਰੂ ਜੀ ਅਤੇ ਉਹਨਾਂ ਦੇ ਸਿੱਖ ਅਤੇ ਮੁਗਲ ਫੌਜਾਂ ਦੇ ਵਿਚਕਾਰ ਲੜੀ ਗਈ। ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ। ਸਿੱਖਾਂ ਨੇ ਮੁਗਲਾਂ ਨੂੰ ਹਰਾਇਆ ਪਰ 40 ਮੁਕਤਿਆਂ ਦੇ ਸ਼ਹੀਦੀ ਪਾਈ। ਸੋ ਇਹ ਇਹਨਾਂ ਦੀ ਸਾਰੀ ਲੜਾਈਆਂ ਦੀ ਜਾਣਕਾਰੀ ਹੈ ਜਿਹੜੀਆਂ ਦੇ ਵਿੱਚ ਇਹ ਜੇਤੂ ਰਹੇ। ਸੋ ਆਲ ਓਵਰ ਆਪਾਂ ਕਹਿ ਸਕਦੇ ਹਾਂ 2 ਲੜਾਈਆਂ ਤੋਂ ਇਲਾਵਾ ਇਹ ਸਾਰੀਆਂ ਲੜਾਈਆਂ ਦੇ ਵਿੱਚ ਜੇਤੂ ਰਹੇ। ਹੁਣ ਆਪਾਂ ਅੱਗੇ ਚੱਲਦੇ ਹਾਂ, ਪਰ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ। ਹੁਣ ਆਪਾਂ ਜਿਹੜੇ 5 ਤਖਤ ਅੱਜ ਦੀ ਡੇਟ ਦੇ ਵਿੱਚ ਆਪਣੇ ਹੈਗੇ ਨੇ ਉਹਨਾਂ ਦੇ ਬਾਰੇ ਆਪਾਂ ਜਾਣਕਾਰੀ
ਹਾਸਿਲ ਕਰਾਂਗੇ। ਦੇਖੋ ਇਹ ਜਿਹੜੇ ਨੇ ਨਾਮਸ ਨੇ ਇਹ ਚੇਂਜ ਹੁੰਦੇ ਰਹਿੰਦੇ ਨੇ, ਸੋ ਇਹਨਾਂ ਦੇ ਵੱਲ ਆਪਾਂ ਨਹੀਂ ਧਿਆਨ ਰੱਖ ਸਕਦੇ। ਪਰ ਇਹ ਜਿਹੜੇ ਸ੍ਰੀ ਅਕਾਲ ਤਖਤ ਜੀ ਕਿੱਥੇ ਨੇ? ਸ੍ਰੀ ਅਕਾਲ ਤਖਤ ਅੰਮ੍ਰਿਤਸਰ ਵਿਖੇ ਹੈ ਪੰਜਾਬ ਦੇ ਵਿੱਚ। ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਦੇ ਵਿੱਚ ਹੈ, ਅਤੇ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਹੈ। ਪਟਨਾ ਸਾਹਿਬ ਬਿਹਾਰ ਹੈ ਜਿਹੜਾ। ਸ੍ਰੀ ਹਜ਼ੂਰ ਸਾਹਿਬ ਨੰਦੇੜ ਸਾਹਿਬ ਮਹਾਰਾਸ਼ਟਰ ਦੇ ਵਿੱਚ ਹੈ। ਠੀਕ ਹੈ ਜੀ, ਇਹ ਪੰਜ ਅਕਾਲ ਤਖਤ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ। ਸੋ ਇਸ ਦੇ ਨਾਲ ਹੀ ਅੱਜ ਦੀ ਆਪਾਂ ਕਲਾਸ ਖ਼ਤਮ ਕਰਦੇ ਹਾਂ ਇੱਥੇ ਹੀ। ਅਤੇ ਵੱਧ ਤੋਂ ਵੱਧ ਕੈਂਡੀਡੇਟਸ ਨੂੰ ਮੈਂ ਕਹੂੰਗਾ ਇਸ ਦੇ ਨਾਲ ਜੁੜੇ ਰਹੋ, ਅਤੇ ਅੱਜ ਦੀ ਕਲਾਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕੁਐਸਚਨ ਆ ਸਕਦੇ ਨੇ। ਸੋ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇਗੀ। ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਧੰਨਵਾਦ, ਥੈਂਕ ਯੂ।